ਦਾ ਪੰਜਾਬ ਟਾਕਸ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਆ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਾਸ ਖਬਰ। BBC ਨੂੰ ਸੱਚ ਬੋਲਣ ਦਾ ਖਮਿਆਜ਼ਾ ਭੁਗਤਣਾ ਪਿਆ ਆ ਕਿਉਂਕਿ ਹੁਣ ਜਿਹੜਾ ਉਹਨਾਂ ਦਾ ਦਫ਼ਤਰ ਆ ਦਿੱਲੀ ਉਹਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ। ਦੂਸਰਾ ਮੁੱਦਾ ਇਹ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਲਾ ਵਿਵਾਦ ਜੋ ਆ ਉਹ ਕਾਫੀ ਭਖਿਆ ਹੋਇਆ ਆ, ਕਹਿ ਸਕਦੇ ਹਾਂ ਮੰਦਭਾਗਾ ਆ, ਚੰਗਾ ਨਹੀਂ ਹੈ। ਇਸ ਦੇ ਉੱਤੇ ਗੱਲਬਾਤ ਕਰਾਂਗੇ। ਪਹਿਲੀ ਖਬਰ ਵੱਲ ਆਉਂਦੇ ਆ। BBC ਦੇ ਦਫ਼ਤਰ ਦੇ ਉੱਤੇ ਜੋ ਆ ਉਹ ਛਾਪੇਮਾਰੀ ਕੀਤੀ ਗਈ ਹੈ। ਕਿਉਂ ਕੀਤੀ ਗਈ ਆ ਕਾਰਨ ਤੁਸੀਂ ਜਾਣਦੇ ਹੋ, ਪਰ ਮੈਂ ਦੱਸਣਾ ਚਾਹੂੰਗਾ ਜ਼ਰੂਰ, ਕਿਉਂਕਿ BBC ਨੇ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਇੱਕ ਡਾਕੂਮੈਂਟਰੀ ਚਲਾ ਦਿੱਤੀ ਸੀ ਔਰ ਉਸ ਡਾਕੂਮੈਂਟਰੀ ਦੇ ਵਿੱਚ ਸੱਚ ਵਿਖਾ ਦਿੱਤਾ ਸੀਗਾ। ਕਹਿੰਦੇ ਨੇ ਸੱਚ ਕੌੜਾ ਹੁੰਦਾ ਆ, ਤੇ ਉਹ ਕੌੜਾ ਸੱਚ ਇਹ ਹੋਇਆ ਕਿ ਉਸ ਡਾਕੂਮੈਂਟਰੀ ਦੇ ਉੱਤੇ ਬੈਨ ਲਗਾ ਦਿੱਤਾ। ਹੌਲੀ ਹੌਲੀ ਇਹ ਤਾਂ ਪਤਾ ਲੱਗ ਹੀ ਰਿਹਾ ਸੀ ਕਿ ਕੁਛ ਨਾ ਕੁਛ ਇਹੋ ਜਿਹਾ ਹੋਊਗਾ, ਪਰ ਉਹੀ ਗੱਲ ਹੋਈ ਜਿਸ ਗੱਲ ਦਾ ਖਦਸ਼ਾ ਸੀ ਆਖਰ ਉਹ ਹੋ ਕੇ ਹੀ ਰਹੀ ਆ, ਕਿਉਂਕਿ ਹੁਣ ਇਨਕਮ ਟੈਕਸ ਵਿਭਾਗ ਵੱਲੋਂ ਜਿਹੜਾ ਆ ਉਹ BBC ਦੇ ਦਿੱਲੀ ਦਫ਼ਤਰ 'ਚ ਛਾਪੇਮਾਰੀ ਕੀਤੀ ਗਈ ਆ। ਇੱਥੋਂ ਤੱਕ ਵਿਵਾਦ ਵੱਧ ਗਿਆ ਕਿਉਂਕਿ ਸੱਚ ਇਹ ਸੀਗਾ ਕਿ ਨਰਿੰਦਰ ਮੋਦੀ ਜਿਹੜੇ ਕਿ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਆ, ਪਹਿਲਾਂ ਮੁੱਖ ਮੰਤਰੀ ਗੁਜਰਾਤ ਰਹੇ ਆ, ਤੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਦੰਗੇ ਹੋਏ ਸੀਗੇ। ਗੋਧਰਾ ਕਾਂਡ ਤੁਹਾਨੂੰ ਦੱਸ ਦੇਣਾ ਚਾਹੂੰਗਾ। ਉਸ ਗੋਧਰਾ ਕਾਂਡ ਦਾ ਇਲਜ਼ਾਮ ਜਿਹੜਾ ਆ ਉਹ PM ਨਰਿੰਦਰ ਮੋਦੀ ਬਤੌਰ ਮੁੱਖ ਮੰਤਰੀ ਲੱਗਦਾ ਆਉਂਦਾ ਆ, ਕਿਉਂਕਿ ਮਸਲਾ ਦੋ ਧਰਮਾਂ ਦੇ ਵਿੱਚ ਸੀਗਾ, ਜਿਹਦੇ ਕਰਕੇ ਕਾਫੀ ਵਿਵਾਦ ਉਲਝਿਆ ਪਿਆ ਸੀਗਾ, ਕਾਫੀ ਕੰਟਰੋਵਰਸੀ ਵਾਲਾ ਇਹ ਮੁੱਦਾ ਸੀਗਾ। ਤਾਂ ਇਸ ਨੂੰ ਲੈ ਕੇ ਵੀ ਸੱਚ ਵਿਖਾਇਆ BBC ਨੇ, ਜੋ ਭਾਜਪਾ ਦੀ ਜਿਹੜੀ ਕੇਂਦਰੀ ਹਕੂਮਤ ਆ ਉਹਨੂੰ ਹਜਮ ਨਹੀਂ ਆ ਰਿਹਾ ਔਰ ਪੂਰੇ ਵਿਸ਼ਵ ਪੱਧਰ ਤੱਕ ਇਸ ਦਾ ਜਿਹੜਾ ਵਿਵਾਦ ਆ ਉਹ ਉੱਠਿਆ ਹੋਇਆ ਆ, ਕਿਉਂਕਿ ਸੱਚ BBC ਨੇ ਤਾਂ ਵਿਖਾ ਦਿੱਤਾ, ਸੱਚ ਤਾਂ ਸੱਚ ਹੀ ਸੀਗਾ। ਪਰ ਹੁਣ ਇਸ ਮੁੱਦੇ ਨੂੰ ਲੈ ਕੇ ਜਿਸ ਤਰੀਕੇ ਨਾਲ ਛਾਪੇਮਾਰੀ ਕੀਤੀ ਗਈ ਹੈ ਇਨਕਮ ਟੈਕਸ ਡਿਪਾਰਟਮੈਂਟ ਨੇ, ਤਾਂ ਇਸ ਜਾਂਚ ਦੇ ਤਹਿਤ ਦਿੱਲੀ ਅਤੇ ਮੁੰਬਈ ਵਿਚਲੇ, ਯਾਨੀ ਕਿ ਦੋ ਸ਼ਹਿਰ ਨੇ, ਦਿੱਲੀ ਅਤੇ ਮੁੰਬਈ ਵਿਚਲੇ ਜਿਹੜੇ ਦਫ਼ਤਰ ਆ ਉਹਨਾਂ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਆ। IT ਟੀਮ ਸਵੇਰੇ ਕੋਈ 11:30 ਵਜੇ ਦੋਵਾਂ ਥਾਵਾਂ 'ਤੇ ਪਹੁੰਚੀ, ਯਾਨੀ ਮੁੰਬਈ ਦੇ ਵਿੱਚ ਵੀ ਅਤੇ ਦਿੱਲੀ ਦੇ ਵਿੱਚ ਵੀ, ਜਿਸ ਵਿੱਚ ਕਰੀਬ 12 ਤੋਂ 15 ਲੋਕ ਸ਼ਾਮਲ ਸਨ। BBC ਦਫ਼ਤਰਾਂ ਵਿੱਚ IT ਟੀਮ ਦੇ ਸਰਵੇਖਣ ਦੌਰਾਨ ਉੱਥੇ ਮੌਜੂਦ ਸਾਰੇ ਮੁਲਾਜ਼ਮਾਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਗਏ। ਇਸ ਤੋਂ ਇਲਾਵਾ ਕਿਸੇ ਵੀ ਕਰਮਚਾਰੀ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ। IT ਟੀਮ ਨੇ ਅਕਾਊਂਟਸ ਆਫਿਸ ਵਿਖੇ ਰੱਖੇ ਕੰਪਿਊਟਰ ਦਾ ਡਾਟਾ ਵੀ ਚੈੱਕ ਕੀਤਾ ਆ। ਇਹ ਸਰਵੇਖਣ BBC ਵੱਲੋਂ ਟਰਾਂਸਫਰ ਪ੍ਰਾਈਸਿੰਗ ਰੂਲਸ ਦੀ ਉਲੰਘਣਾ ਅਤੇ ਇਸ ਦੇ ਮੁਨਾਫੇ ਨੂੰ ਮੋੜਨ ਦੀ ਜਾਂਚ ਲਈ ਕਰਵਾਇਆ ਗਿਆ। ਤੱਥ ਹੁਣ ਮੈਂ ਤੁਹਾਨੂੰ ਦੱਸੀ ਜਾਣੇ ਆ ਵੀ ਕਿਉਂ ਕੀ ਕੁਛ ਉੱਥੇ ਇਹਨਾਂ ਨੇ ਕੀਤਾ ਆ, ਕਿਉਂ ਕੀਤਾ ਗਿਆ ਆ। BBC ਦਫ਼ਤਰ ਦਿੱਲੀ ਵਿਖੇ ਕਸਤੂਰਬਾ ਗਾਂਧੀ ਮਾਰਗ ਅਤੇ ਮੁੰਬਈ ਵਿਖੇ ਸੰਤਾ ਕਰੂਜ਼ ਦੇ ਵਿੱਚ ਇਹ ਦਫ਼ਤਰ ਸਥਿਤ ਹੈ। ਸਰਵੇਖਣ ਦੇ ਅਧੀਨ ਆਮਦਨ ਕਰ ਵਿਭਾਗ ਸਿਰਫ ਕੰਪਨੀ ਦੇ ਕਾਰੋਬਾਰੀ ਸਥਾਨਾਂ ਦੀ ਜਾਂਚ ਕਰਦਾ ਹੈ ਤੇ ਇਸ ਤੇ ਪ੍ਰਮੋਟਰਾਂ ਜਾਂ ਡਾਇਰੈਕਟਰਾਂ ਦੀਆਂ ਰਿਹਾਇਸ਼ਾਂ ਤੇ ਹੋਰ ਥਾਵਾਂ ਤੇ ਛਾਪੇਮਾਰੀ ਨਹੀਂ ਕਰਦਾ। ਨਿਊਜ਼ ਏਜੰਸੀ ANI ਦੇ ਸੂਤਰਾਂ ਅਨੁਸਾਰ UK ਸਰਕਾਰ ਨੇ ਕਿਹਾ ਕਿ ਉਹ BBC ਦੇ ਦਫ਼ਤਰਾਂ ਵਿੱਚ ਕੀਤੇ ਗਏ ਸਰਵੇਖਣ ਦੀਆਂ ਖਬਰਾਂ ਦੀ ਨਿਗਰਾਨੀ ਕਰ ਰਹੇ ਨੇ। ਇਸ ਕਾਰਵਾਈ ਤੋਂ ਬਾਅਦ BBC ਨੇ ਦੁਪਹਿਰ ਦੀ ਸ਼ਿਫਟ ਤੇ ਆਪਣੇ ਕਰਮਚਾਰੀਆਂ ਨੂੰ ਦਫ਼ਤਰ ਆਉਣ ਤੋਂ ਮਨਾ ਕਰ ਦਿੱਤਾ। BBC ਨੇ ਆਪਣੇ ਸਾਰੇ ਪੱਤਰਕਾਰਾਂ ਕਰਮਚਾਰੀਆਂ ਨੂੰ ਅਗਲੇ ਹੁਕਮਾਂ ਤੱਕ ਘਰੋਂ ਕੰਮ ਕਰਨ ਲਈ ਕਿਹਾ ਆ। ਇਨਕਮ ਟੈਕਸ ਦੇ ਸੂਤਰਾਂ ਮੁਤਾਬਕ ਇਨਕਮ ਟੈਕਸ ਦੀ ਟੀਮ ਕੁਝ ਚੀਜ਼ਾਂ ਦੀ ਵੈਰੀਫਿਕੇਸ਼ਨ ਲਈ BBC ਦਫ਼ਤਰ ਪਹੁੰਚੀ ਸੀ। ਇਹ ਇਨਕਮ ਟੈਕਸ ਟੀਮ ਦਾ ਸਰਵੇ ਸੀ। ਆਮਦਨ ਕਰ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਕਈ ਥਾਵਾਂ 'ਤੇ ਸਰਵੇ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਆਧਾਰ 'ਤੇ ਹੀ ਤਲਾਸ਼ੀ ਲਈ ਜਾ ਰਹੀ ਹੈ। ਬਈ ਇਦੋਂ ਪਹਿਲਾਂ ਕਿਉਂ ਨਹੀਂ ਲਈ? ਅਸਲ ਵਿੱਚ ਪੱਤਰਕਾਰੀ ਨੂੰ ਸੱਚ ਬੋਲਣ ਦਾ ਖਮਿਆਜ਼ਾ ਭੁਗਤਣਾ ਪੈਂਦਾ ਆ, ਔਰ ਇਹ ਹੁਣ ਤੋਂ ਨਹੀਂ, ਇਹ ਤਾਂ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਆ। ਜਦੋਂ ਦੀ ਪੱਤਰਕਾਰਤਾ ਸ਼ੁਰੂ ਹੋਈ ਆ ਉਦੋਂ ਤੋਂ ਹੀ ਸੱਚ ਲਿਖਣ ਵਾਲੀਆਂ ਕਲਮਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਸੱਚ ਬੋਲਣ ਵਾਲੇ ਅਦਾਰਿਆਂ ਨੂੰ ਗੁੱਠੇ ਲਾਇਆ ਜਾਂਦਾ ਆ। ਇਹ ਹਕੀਕਤ ਆ ਕਿ ਅਸੀਂ ਇਸ ਗੱਲ ਨੂੰ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਤਾਂ BBC ਤੇ ਦੋਸ਼ ਹੈ ਕਿ ਉਸਨੇ ਟਰਾਂਸਫਰ ਪ੍ਰਾਈਸਿੰਗ ਰੂਲਸ ਦੀ ਲਗਾਤਾਰ ਅਤੇ ਜਾਣਬੁੱਝ ਕੇ ਉਲੰਘਣਾ ਕੀਤੀ ਹੈ। ਤੇ ਖਾਸ ਤੌਰ ਦੇ ਉੱਤੇ ਗੱਲ ਇਹ ਹੈ ਕਿ ਇਨਕਮ ਟੈਕਸ ਐਕਟ ਦੇ ਜਿਹੜੇ ਨਿਯਮ ਬਣੇ ਨੇ ਉਹਨਾਂ ਦੇ ਅਨੁਸਾਰ ਟੈਕਸ ਅਧਿਕਾਰੀਆਂ ਦੁਆਰਾ ਕੀਤੀ ਗਈ ਅਜਿਹੀ ਕਾਰਵਾਈ ਨੂੰ ਸਰਵੇਖਣ ਕਿਹਾ ਜਾਂਦਾ ਆ, ਨਾ ਕਿ
ਖੋਜ ਜਾਂ ਛਾਪੇਮਾਰੀ। ਅਜਿਹੇ ਸਰਵੇਖਣ ਨਿਯਮਤ ਤੌਰ ਤੇ ਕਰਵਾਏ ਜਾਂਦੇ ਆ ਅਤੇ ਛਾਪੇਮਾਰੀ ਨਹੀਂ ਮੰਨੀ ਜਾਂਦੀ। BBC ਦੇ ਮਾਮਲੇ ਵਿੱਚ ਇਹ ਦੋਸ਼ ਹੈ ਕਿ ਉਪਰੋਕਤ ਨਿਯਮਾਂ ਦਾ ਸਾਲਾਂ ਤੋਂ ਲਗਾਤਾਰ ਪਾਲਣ ਨਹੀਂ ਕੀਤਾ ਜਾ ਰਿਹਾ। ਇਸ ਦੇ ਨਤੀਜੇ ਵਜੋਂ BBC ਨੂੰ ਕਈ ਨੋਟਿਸ ਜਾਰੀ ਕੀਤੇ ਗਏ ਨੇ। ਹਾਲਾਂਕਿ BBC ਲਗਾਤਾਰ ਗੈਰ ਅਨੁਕੂਲ ਰਿਹਾ ਹੈ ਅਤੇ ਇਸ ਦੇ ਲਾਭਾਂ ਨੂੰ ਮਹੱਤਵਪੂਰਨ ਰੂਪ ਵਿੱਚ ਮੋੜਿਆ ਗਿਆ ਆ। ਇਸ ਸਰਵੇ ਨੇ ਤੇ BBC ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ। BBC ਨੇ ਆਪਣੇ ਦਿੱਲੀ ਅਤੇ ਮੁੰਬਈ ਦਫ਼ਤਰਾਂ ਵਿੱਚ ਇਨਕਮ ਟੈਕਸ ਸਰਵੇਖਣ ਤੇ ਟਵੀਟ ਕਰਕੇ ਕਿਹਾ ਹੈ ਕਿ ਅਸੀਂ ਪੂਰਾ ਸਹਿਯੋਗ ਕਰ ਰਹੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਇਸ ਸਥਿਤੀ ਨੂੰ ਜਲਦੀ ਤੋਂ ਜਲਦੀ ਹੱਲ ਕਰ ਲਿਆ ਜਾਵੇਗਾ। BBC ਦੀ ਇਸ ਕਾਰਵਾਈ ਤੋਂ ਬਾਅਦ ਕਈ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਹੈ। TMC ਸਾਂਸਦ ਮਹੁਆ ਮੋਇਤਰਾ ਨੇ ਟਵੀਟ ਕੀਤਾ ਹੈ ਕਿ BBC ਦੇ ਦਿੱਲੀ ਦਫ਼ਤਰ ਤੇ ਇਨਕਮ ਟੈਕਸ ਦੇ ਛਾਪੇ ਦੀ ਖਬਰ ਹੈ। ਵਾਹ, ਸੱਚਮੁੱਚ ਕਿੰਨੀ ਹੈਰਾਨੀ ਵਾਲੀ ਗੱਲ ਹੈ। ਇਸ ਦੌਰਾਨ ਅਡਾਨੀ ਲਈ ਫਰਸਾਨ ਸੇਵਾ ਹੈ ਜਦੋਂ ਕਿ ਉਹ ਗੱਲਬਾਤ ਕਰਨ ਲਈ ਸੇਬੀ ਇੰਡੀਆ ਦੇ ਚੇਅਰਮੈਨ ਦੇ ਦਫ਼ਤਰ ਚੇਅਰਮੈਨ ਨਾਲ ਗੱਲ ਕਰਨ ਲਈ ਆਉਂਦੇ ਨੇ। ਇਸ ਸਰਵੇਖਣ ਤੋਂ ਬਾਅਦ ਭਾਜਪਾ ਨੇ BBC ਨੂੰ ਦੁਨੀਆ ਦੀ ਸਭ ਤੋਂ ਭ੍ਰਿਸ਼ਟ ਤੇ ਬਕਵਾਸ ਕਾਰਪੋਰੇਸ਼ਨ ਕਰਾਰ ਦਿੰਦਿਆਂ ਕਿਹਾ ਹੈ ਕਿ ਮੀਡੀਆ ਗਰੁੱਪ ਵਿਰੁੱਧ ਇਨਕਮ ਟੈਕਸ ਡਿਪਾਰਟਮੈਂਟ ਦਾ ਚੱਲ ਰਿਹਾ ਸਰਵੇਖਣ ਨਿਯਮਾਂ ਤੇ ਸੰਵਿਧਾਨ ਦੇ ਅਧੀਨ ਹੈ। ਲਓ ਜੀ, ਇਹ ਵੀ ਸੁਣ ਲਓ ਨਵਾਂ ਸ਼ੋਸ਼ਾ। ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਇਸ ਕਾਰਵਾਈ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨਾ ਬਣਾਉਣ ਲਈ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਦੀ ਆਲੋਚਨਾ ਕੀਤੀ ਅਤੇ ਉਹਨਾਂ ਨੂੰ ਯਾਦ ਦਿਵਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ BBC ਤੇ ਪਾਬੰਦੀ ਲਗਾਈ ਸੀਗੀ। ਹੁਣ ਜਰਾ ਉਸ ਗੱਲ ਤੇ ਨਜ਼ਰ ਮਾਰ ਲੈਂਦੇ ਆ ਕਿ ਇਹ ਜਿਹੜੀ ਹੁਣ ਇਹਨਾਂ ਨੇ ਪਰਤ ਫਰੋਲ ਲਈ ਆ, ਜਿਹੜੇ ਪਿਛਲੇ ਪਰਤਾਂ ਜਿਹੜੀਆਂ ਉਧੇੜਨ ਲੱਗੇ ਪਏ ਆ ਦੱਸਣ ਦੇ ਲਈ ਕਾਂਗਰਸ ਨੂੰ ਖਾਸ ਤੌਰ ਤੇ ਕਿ ਵੀ ਤੁਹਾਡੀ ਜਿਹੜੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਸੀ ਬੀਬੀ ਇੰਦਰਾ ਗਾਂਧੀ, ਉਹਨੇ ਵੀ ਇਹ ਕੰਮ ਕੀਤਾ ਸੀ, ਅਸੀਂ ਕੋਈ ਵੱਖਰਾ ਨਹੀਂ ਕੀਤਾਗਾ। ਯਾਨੀ ਕਿ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਕੱਲੀ ਵਾਲੀ ਕਹਾਵਤ ਇੱਥੇ ਟੁਕਦੀ ਹੈ ਕਿ ਜੇ ਉਹਨਾਂ ਨੇ ਕੀਤਾ ਤੇ ਜੇ ਅਸੀਂ ਕਰ ਲਾਂਗੇ ਤੇ ਫਿਰ ਕਿੱਡੀ ਕੁ ਗੱਲ ਹੈ। ਤਾਂ ਕਾਂਗਰਸ ਪਾਰਟੀ ਦੇ ਆਪਣੇ ਅਧਿਕਾਰਤ ਟਵਿੱਟਰ ਤੇ ਇਸ ਕਾਰਵਾਈ ਨੂੰ ਅਣਐਲਾਨੀ ਐਮਰਜੈਂਸੀ ਐਲਾਨ ਦਿੱਤਾ ਆ। ਇਸ ਤੋਂ ਬਾਅਦ ਕਾਂਗਰਸ ਦੇ ਇਸ ਬਿਆਨ ਤੇ ਭਾਜਪਾ ਦੇ ਬੁਲਾਰੇ ਨੇ ਇਹ ਗੱਲ ਕਹੀ ਹੈ ਕਿ ਇੰਦਰਾ ਗਾਂਧੀ ਨੇ 52 ਸਾਲ ਪੁਰਾਣੀ ਘਟਨਾ ਨੂੰ ਯਾਦ ਕਰਵਾਇਆ ਆ। ਪਾਰਟੀਆਂ ਨੇ ਕਿਹਾ ਕਿ ਕਾਂਗਰਸ ਸ਼ਾਇਦ ਭੁੱਲ ਰਹੀ ਹੈ ਕਿ 1970 ਵਿੱਚ ਇੰਦਰਾ ਗਾਂਧੀ ਨੇ ਇੱਕ ਡਾਕੂਮੈਂਟਰੀ ਨੂੰ ਲੈ ਕੇ BBC ਉੱਤੇ ਪਾਬੰਦੀ ਲਗਾ ਦਿੱਤੀ ਸੀ। ਕੀ ਸੀ ਇਹ ਪਾਬੰਦੀ? ਤਾਂ ਅਜਿਹਾ ਨਹੀਂ ਹੈ ਕਿ BBC ਖਿਲਾਫ ਪਾਬੰਦੀ ਜਿਹੜੀ ਆ ਸਾਡੇ ਮੁਲਕ ਵਿੱਚ ਪਹਿਲੀ ਵਾਰੀ ਲੱਗੀ ਹੈ। 52 ਸਾਲ ਪਹਿਲਾਂ ਯਾਨੀ ਕਿ 1970 ਵਿੱਚ ਫਰਾਂਸੀਸੀ ਨਿਰਦੇਸ਼ਕ ਲੂਇਸ ਮੱਲੇ ਨੇ 2 ਦਸਤਾਵੇਜ਼ੀ ਫਿਲਮਾਂ ਬਣਾਈਆਂ ਸੀ, ਕਲਕੱਤਾ ਅਤੇ ਫੈਂਟਮ ਇੰਡੀਆ। ਇਹ ਡਾਕੂਮੈਂਟਰੀਜ਼ ਵਿੱਚ ਭਾਰਤ ਦੇ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਦਿਖਾਇਆ ਗਿਆ ਸੀਗਾ। ਤਤਕਾਲੀ ਇੰਦਰਾ ਗਾਂਧੀ ਸਰਕਾਰ ਨੇ ਇਸ 'ਤੇ ਇਤਰਾਜ਼ ਜਤਾਇਆ ਸੀ ਕਿ ਇਸ ਦੇ ਵਿੱਚ ਭਾਰਤ ਦੀ ਗਲਤ ਤਸਵੀਰ ਪੇਸ਼ ਕੀਤੀ ਗਈ ਹੈ। ਇੱਥੇ ਤਾਂ ਚਲੋ ਕੋਈ ਥੋੜ੍ਹੀ ਜਿਹੀ ਤੁੱਕ ਬਣਦੀ ਹੈ ਕਿ ਸਾਡੀ ਅਸਲੀਅਤ ਬਾਹਰ ਕਿਉਂ ਦਿਖਾਈ ਜਾ ਰਹੀ ਹੈ, ਪਰ ਇੱਥੇ ਕੁਛ ਮਾਮਲਾ ਜਿਹੜਾ ਸੀਗਾ ਉਹ ਹਿੰਸਾ ਦਾ ਵੀ ਸੀਗਾ, ਇੱਕ ਧਰਮ ਦਾ ਦੂਸਰੇ ਧਰਮ ਦੇ ਉੱਤੇ ਵਾਰ ਵੀ ਸੀਗਾ। ਇਹ ਸਾਰੇ ਮਾਜਰੇ ਸੀਗੇ, ਇਹ ਸੱਚ ਸੀਗਾ ਕਿਉਂਕਿ ਗੋਧਰਾ ਕਾਂਡ ਇਸ ਦੇਸ਼ ਦੇ ਭਿਆਨਕ ਕਾਂਡਾਂ ਦੇ ਵਿੱਚੋਂ ਇੱਕ ਹੈ। ਇਸ ਡਾਕੂਮੈਂਟਰੀ ਦੇ ਰਿਲੀਜ਼ ਹੋਣ ਤੋਂ ਬਾਅਦ ਇਸ ਦਾ ਵਿਰੋਧ ਸ਼ੁਰੂ ਹੋ ਗਿਆ। ਚੌਤਰਫਾ ਵਿਰੋਧ ਤੋਂ ਬਾਅਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ BBC ਤੇ ਕਾਰਵਾਈ ਕੀਤੀ ਸੀ ਅਤੇ ਇਸ ਦਾ ਦਿੱਲੀ ਦਫ਼ਤਰ ਬੰਦ ਕਰਵਾ ਦਿੱਤਾ ਸੀ। ਹਾਲਾਂਕਿ 2 ਸਾਲ ਬਾਅਦ 1972 ਵਿੱਚ BBC ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀਗਾ। BBC ਬਾਰੇ ਮੈਂ ਜਰਾ ਕੁ ਦੱਸ ਦੇਣਾ ਚਾਹੁੰਦਾ ਹਾਂ। ਮੀਡੀਆ ਦੇ ਖੇਤਰ ਦੀ ਗੱਲ ਕੀਤੀ ਜਾਵੇ, ਵਿਸ਼ਵ ਪੱਧਰ ਦੇ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ BBC ਦਾ ਇੱਕ ਮੁਕਾਮ ਹੈ। BBC ਦਾ ਪੂਰਾ ਨਾਮ ਹੈਗਾ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ। ਇਹ 18 ਅਕਤੂਬਰ 1922 ਨੂੰ ਇੱਕ ਨਿੱਜੀ ਕੰਪਨੀ ਵਜੋਂ ਸਥਾਪਿਤ ਕੀਤੀ ਗਈ ਸੀ। 1926 ਵਿੱਚ ਇਸ ਨੂੰ ਸਰਕਾਰੀ ਸੰਸਥਾ ਬਣਾ ਦਿੱਤਾ ਗਿਆ। ਉਦੋਂ ਤੋਂ BBC ਰਾਇਲ ਦਫ਼ਤਰ ਦੇ ਤਹਿਤ ਕੰਮ ਕਰ ਰਹੀ ਹੈ। ਹਾਲਾਂਕਿ ਇਹ ਇਸ ਦੀ ਸਮੱਗਰੀ ਅਤੇ ਰਿਪੋਰਟਿੰਗ ਲਈ ਪੂਰੀ ਤਰ੍ਹਾਂ ਆਜ਼ਾਦ ਹੈ। BBC ਦੀਆਂ ਖਬਰਾਂ ਦੁਨੀਆ ਭਰ ਵਿੱਚ 40 ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ ਤੇ ਇਸ ਦੇ ਨਾਲ ਹੀ ਇਸ ਦੇ ਕਰੀਬ 35,000 ਕਰਮਚਾਰੀ ਜਿਹੜੇ ਨੇ ਉਹ ਕੰਮ ਕਰ ਰਹੇ ਨੇ। ਗੱਲ ਭਾਰਤ ਦੀ ਕਰਦੇ ਹਾਂ। ਭਾਰਤ ਵਿੱਚ BBC ਦਾ ਪਹਿਲਾ ਪ੍ਰਸਾਰਣ 11 ਮਈ 1940 ਨੂੰ ਸ਼ੁਰੂ ਹੋਇਆ ਸੀ। ਦੇਖੋ ਕਿੰਨੇ ਸਾਲ ਹੋ ਚੁੱਕੇ ਆ। ਭਾਰਤ ਵਿੱਚ BBC ਦੀ ਸਥਾਪਨਾ ਦਾ ਉਦੇਸ਼ ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤੀ ਉਪ ਮਹਾਂਦੀਪ ਦੇ ਸੈਨਿਕਾਂ ਤੱਕ ਖਬਰਾਂ ਪਹੁੰਚਾਉਣਾ ਸੀ। ਦੱਸ ਦਈਏ ਕਿ ਇੰਦਰਾ ਗਾਂਧੀ ਦੀ ਮੌਤ ਦੀ ਖਬਰ ਵੀ ਸਭ ਤੋਂ ਪਹਿਲਾਂ BBC ਨੇ ਦਿੱਤੀ ਸੀ।
BBC ਫੰਡਿੰਗ ਕਿਵੇਂ ਕੀਤੀ ਜਾਂਦੀ ਹੈ ਦੱਸ ਦੇਣਾ ਚਾਹੂੰਗਾ ਕਿ BBC ਦੀ ਕਮਾਈ ਦਾ ਮੁੱਖ ਸਰੋਤ ਇਹ ਹੈ ਕਿ ਬ੍ਰਿਟੇਨ ਦੇ ਵਿੱਚ ਟੀਵੀ ਲਾਇਸੈਂਸ ਤੋਂ ਹੋਣ ਵਾਲੀ ਆਮਦਨ ਹੈ। ਦਰਅਸਲ ਬ੍ਰਿਟੇਨ ਦੇ ਲੋਕਾਂ ਨੂੰ ਟੀਵੀ ਲੈਣ ਤੋਂ ਪਹਿਲਾਂ ਲਾਇਸੈਂਸ ਲੈਣਾ ਪੈਂਦਾ ਹੈ ਤੇ ਇਸ ਦੇ ਨਾਲ ਹੀ ਸਾਲਾਨਾ ਫੀਸ ਵੀ ਅਦਾ ਕਰਨੀ ਪੈਂਦੀ ਹੈ। ਇਹ ਫੀਸ BBC ਨੂੰ ਮਿਲਦੀ ਹੈ। ਇਸ ਤੋਂ ਇਲਾਵਾ BBC ਨੂੰ ਬ੍ਰਿਟੇਨ ਦੀ ਸੰਸਦ ਤੋਂ ਗ੍ਰਾਂਟਾਂ ਵੀ ਮਿਲਦੀਆਂ ਨੇ ਤੇ ਭਾਜਪਾ ਦੇ ਬੁਲਾਰੇ ਨੇ ਕਿਹਾ ਹੈ ਕਿ BBC ਦੁਨੀਆ ਦੀ ਸਭ ਤੋਂ ਭ੍ਰਿਸ਼ਟ ਬਕਵਾਸ ਕਾਰਪੋਰੇਸ਼ਨ ਹੈ। ਇੱਥੋਂ ਹੁਣ ਆਹ ਇਲਜ਼ਾਮ ਜਿਹੜੇ ਲੱਗਣੇ ਸ਼ੁਰੂ ਹੋ ਗਿਆ। ਜਿਹੜੀ BBC ਵਰਲਡ ਵਾਈਡ ਇੰਨਾ ਵਧੀਆ ਕੰਮ ਕਰਦੀ ਪਈ ਆ, ਜਿਹੜਾ ਅਦਾਰਾ ਇੰਨਾ ਵਧੀਆ ਕੰਮ ਕਰਦਾ ਪਿਆ ਆ, ਜਿਹੜਾ ਨਿਰਪੱਖ ਹੋ ਕੇ ਕੰਮ ਕਰਦਾ ਪਿਆ, ਉਹਨੂੰ ਬਕਵਾਸ ਹੁਣ ਦੱਸਿਆ ਜਾ ਰਿਹਾ ਹੈ। ਆਮਦਨ ਕਰ ਵਿਭਾਗ ਦੀ ਕਾਰਵਾਈ ਨੂੰ ਲੈ ਕੇ ਹੀ ਭਾਜਪਾ ਦੇ ਬੁਲਾਰੇ ਨੇ ਇਹ ਇਲਜ਼ਾਮ ਲਗਾਇਆ ਆ ਤੇ ਖਾਸ ਤੌਰ ਦੇ ਉੱਤੇ ਗੱਲ ਹੁਣ ਕੀ ਕੀਤੀ ਜਾ ਰਹੀ ਹੈ ਕਿ BBC ਨੂੰ ਦੁਨੀਆ ਦੀ ਸਭ ਤੋਂ ਭ੍ਰਿਸ਼ਟ ਤੇ ਬਕਵਾਸ ਕਾਰਪੋਰੇਸ਼ਨ ਦੱਸਿਆ ਜਾ ਰਿਹਾ। ਬਦਕਿਸਮਤੀ ਨਾਲ BBC ਦਾ ਪ੍ਰਚਾਰ ਅਤੇ ਕਾਂਗਰਸ ਦਾ ਏਜੰਡਾ ਇੱਕੋ ਹੀ ਹੈ, ਇਹ ਗੱਲ ਵੀ ਕੀਤੀ ਜਾ ਰਹੀ ਹੈ। ਹੁਣ ਸੋਲੇ ਸੁਣ ਲਓ ਕੀ ਹੈ। ਸੋਲੇ ਇਹ ਹੈ ਕਿ ਅੱਜ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਨਵੀਆਂ ਚਾਈਆਂ ਛੂ ਰਿਹਾ ਹੈ ਤੇ ਕੁਝ ਵਰਗਾਂ ਨੂੰ ਇਹ ਪਸੰਦ ਨਹੀਂ ਹੈ। BBC ਨੂੰ ਭਾਰਤ ਵਿੱਚ ਪੱਤਰਕਾਰੀ ਕਰਨ ਦਾ ਪੂਰਾ ਹੱਕ ਹੈ, ਪਰ ਉਹਨਾਂ ਨੂੰ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨੀ ਪੈਣੀ ਹੈ। ਪਾਰਟੀਆਂ ਨੇ ਕਈ ਉਦਾਹਰਨਾਂ ਦਾ ਹਵਾਲਾ ਦਿੱਤਾ ਕਿ ਜਦੋਂ BBC ਨੇ ਕਥਿਤ ਤੌਰ ਦੇ ਉੱਤੇ ਭਾਰਤੀ ਭਾਵਨਾਵਾਂ ਦਾ ਅਪਮਾਨ ਕੀਤਾ ਹੈ। BBC ਨੇ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਇਹ ਉਹ ਮਤਲਬ ਮਿਸਟਰ ਭਾਟੀਆ ਦੱਸ ਰਿਹਾ ਕਿ BBC ਨੇ ਆਪਣੇ ਇੱਕ ਪ੍ਰੋਗਰਾਮ ਵਿੱਚ ਲਸ਼ਕਰ ਕਮਾਂਡਰ ਬੁਰਹਾਨ ਵਾਨੀ ਨੂੰ ਕ੍ਰਿਸ਼ਮਾਈ ਨੌਜਵਾਨ ਕ੍ਰਾਂਤੀਕਾਰੀ ਦੱਸਿਆ ਹੈ। ਇਹ ਕਿਹੋ ਜਿਹੀ ਪੱਤਰਕਾਰੀ ਹੈ। ਇੱਕ ਹੋਰ ਰਿਪੋਰਟ ਵਿੱਚ BBC ਨੇ ਹੋਲੀ ਨੂੰ ਇੱਕ ਗੰਦਾ ਤਿਉਹਾਰ ਕਿਹਾ ਆ। BBC ਸਾਡੇ ਤਿਉਹਾਰਾਂ ਬਾਰੇ ਕੀ ਜਾਣਦੀ ਹੈ, ਇਹ ਵੀ ਸਵਾਲ ਖੜਾ ਕੀਤਾ। ਇੱਕ ਹੋਰ ਰਿਪੋਰਟ ਵਿੱਚ ਉਹਨਾਂ ਨੇ ਇਹ ਕਹਿ ਕਿ ਸਾਡੇ ਆਈਕਨ ਦਾ ਅਪਮਾਨ ਕੀਤਾ ਹੈ। ਮਹਾਤਮਾ ਗਾਂਧੀ 1946 ਵਿੱਚ ਭਾਰਤ ਨੂੰ ਆਜ਼ਾਦ ਕਰਾਉਣ ਵਿੱਚ ਅਸਫਲ ਰਹੇ ਆ। ਭਾਰਤ ਵਿੱਚ ਕੰਮ ਕਰ ਰਹੀਆਂ BBC ਅਜਿਹੀਆਂ ਰਿਪੋਰਟਾਂ ਰਾਹੀਂ ਸਾਡੇ ਸੰਵਿਧਾਨ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਦੇ ਬਿਆਨ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਰਾਜਵਰਧਨ ਸਿੰਘ ਰਠੌਰ ਨੇ ਕਿਹਾ ਹੈ ਕਿ ਕਾਂਗਰਸ ਨੂੰ ਐਮਰਜੈਂਸੀ ਦੀ ਗੱਲ ਨਹੀਂ ਕਰਨੀ ਚਾਹੀਦੀ। ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਨ ਵਾਲੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਦੇ ਨੇ। ਉਹਨਾਂ ਕਿਹਾ ਹੈ ਕਿ ਇਹ ਉਹ ਚਾਲ ਹਿਊਮ ਦੀ ਪਾਰਟੀ ਕਾਂਗਰਸ ਦਾ ਪਾਤਰ ਅਜੇ ਵੀ ਬ੍ਰਿਟਿਸ਼ ਹੈ। ਜਾਪਦਾ ਹੈ ਕਿ 1947 ਵਿੱਚ ਅੰਗਰੇਜ਼ਾਂ ਦੇ ਭਾਰਤ ਛੱਡਣ ਤੋਂ ਬਾਅਦ ਦੇਸ਼ ਵਿੱਚ BBC ਦੀ ਵੰਡਵਾਦੀ ਏਜੰਡੇ ਨੂੰ ਅੱਗੇ ਵਧਾਉਣ ਦਾ ਕੰਮ ਕਾਂਗਰਸ ਨੂੰ ਸੌਂਪ ਦਿੱਤਾ ਗਿਆ ਹੈ। ਖੈਰ, ਐਮਰਜੈਂਸੀ ਅਤੇ ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਨ ਵਾਲਿਆਂ ਨੂੰ ਸ਼ੀਸ਼ੇ ਵਿੱਚ ਵੇਖਣਾ ਚਾਹੀਦਾ ਆ। ਸੋ ਇਹ ਵਿਵਾਦ ਭਖਿਆ ਹੋਇਆ ਆ ਤਾਂ BBC ਦੇ ਉੱਤੇ ਇਹ ਇਲਜ਼ਾਮ ਲੱਗ ਰਿਹਾ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਕੋਈ ਸੱਚੀ ਤੇ ਖਰੀ ਗੱਲ ਚਾਹੇ ਪੱਤਰਕਾਰ ਕਰੇ, ਚਾਹੇ ਕੋਈ ਮੀਡੀਆ ਦਾ ਇਸ ਤਰ੍ਹਾਂ ਦਾ ਅਦਾਰਾ ਕਰੇ, ਜਦੋਂ ਕਿਸੇ ਨੂੰ ਹਜ਼ਮ ਨਹੀਂ ਹੁੰਦੀਆਂ ਸੱਚੀਆਂ ਗੱਲਾਂ, ਤਕਲੀਫ ਹੁੰਦੀ ਹੈ, ਪੀੜ ਹੁੰਦੀ ਹੈ, ਚੁੱਭਦੀਆਂ ਨੇ, ਕਿਉਂਕਿ ਸੱਚ ਹਮੇਸ਼ਾ ਕੌੜਾ ਹੁੰਦਾ ਤੇ ਸੱਚ ਬਾਰੇ ਕਿਹਾ ਜਾਂਦਾ ਆ ਕਿ ਸੱਚ ਨੂੰ ਕਿਸੇ ਚੀਜ਼ ਦਾ ਡਰ ਨਹੀਂ ਸਿਵਾਏ ਲੁਕੋਏ ਜਾਣ ਦੇ। ਤਾਂ ਇਹ ਤੁਸੀਂ ਜਾਣਦੇ ਹੋ ਕਿ ਆਖਰ ਇਹ ਕਾਰਵਾਈ ਕਿਉਂ ਕੀਤੀ ਗਈ ਹੈ। ਹੁਣ ਆਉਂਦੇ ਜੀ ਅਗਲੀ ਖਬਰ ਵੱਲ। ਪੰਜਾਬ ਦੇ CM ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਵਿਚਾਲੇ ਜੋ ਆ ਅੱਜ ਕੱਲ੍ਹ ਵਿਵਾਦ ਕਾਫੀ ਭਖਿਆ ਹੋਇਆ ਹੈ। ਵਿਵਾਦ ਕੀ ਹੈ? ਸੈਸ਼ਨ ਵੀ ਹੁਣ ਜਿਹੜਾ ਹੈ ਸ਼ੁਰੂ ਹੋਣ ਜਾ ਰਿਹਾ, ਉਹਦੇ ਬਾਰੇ ਵੀ ਹੁਣ ਕਿਆਸ ਰਹੀਆਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੇ ਰਾਜਪਾਲ ਨੇ ਉਹਨਾਂ ਦਾ ਭਾਸ਼ਣ ਵੀ ਉੱਥੇ ਹੋਊਗਾ ਕਿ ਨਹੀਂ ਹੋਊਗਾ, ਕਿਉਂਕਿ ਜਿਹੜੇ ਸਿੰਗਾਪੁਰ ਅਧਿਆਪਕ ਭੇਜੇ ਸੀ ਉਸ ਦੇ ਵਾਸਤੇ ਰਾਜਪਾਲ ਨੇ ਸਵਾਲ ਪੁੱਛਿਆ ਸੀਗਾ, ਜਿਸ ਦਾ ਭਗਵੰਤ ਮਾਨ ਹੋਰਾਂ ਨੇ ਜਿਹੜੇ ਕਿ ਬਤੌਰ ਮੁੱਖ ਮੰਤਰੀ ਉਹਨਾਂ ਨੇ ਜਵਾਬ ਵੀ ਦਿੱਤਾ ਆ, ਠੋਕ ਕੇ ਜਵਾਬ ਦਿੱਤਾ ਕਹਿ ਸਕਦੇ ਆ। ਸ਼ਾਇਦ ਕੁਛ ਹੱਦਾਂ ਹੁੰਦੀਆਂ, ਕੁਛ ਜਿਹੜੇ ਆ ਕਾਇਦੇ ਕਾਨੂੰਨ ਹੁੰਦੇ, ਨਿਯਮ ਹੁੰਦੇ ਆ, ਹੈ ਨਾ, ਉਹਨਾਂ 'ਚ ਰਹਿ ਕੇ ਕੁਛ ਗੱਲ ਜਿਹੜੀ ਆ ਉਹ ਕਰਨੀ ਚਾਹੀਦੀ ਆ। ਠੀਕ ਹੈ, ਸੋਸ਼ਲ ਮੀਡੀਆ ਉੱਤੇ ਜਦੋਂ ਇੱਦਾਂ ਦੀਆਂ ਖਬਰਾਂ ਹੁੰਦੀਆਂ ਤਾਂ ਉਹਦੇ ਵਿੱਚ ਆਮ ਤੌਰ 'ਤੇ ਇਹ ਹੋ ਜਾਂਦਾ ਕਿ ਕੁਛ ਲੋਕਾਂ ਨੂੰ ਐਂ ਲੱਗਦਾ ਵੀ ਚੰਗਾ ਵੀ ਮਾਨ ਸਾਹਿਬ ਨੇ ਬਹੁਤ ਵਧੀਆ ਕਰਤਾ। ਦੇਸ਼ ਭਰ ਦੇ ਵਿੱਚ ਗਵਰਨਰ ਜਿਹੜੇ ਨੇ ਸਾਰੇ ਸੂਬਿਆਂ ਦੇ ਵਿੱਚ ਨੇ, ਤਾਇਨਾਤ ਨੇ। ਲਗਾਤਾਰ ਜਦੋਂ ਦਾ ਸਾਡਾ ਸੰਵਿਧਾਨ ਕਾਇਮ ਹੈ ਉਸ ਤੋਂ ਬਾਅਦ ਜਿਹੜੇ ਗਵਰਨਰ ਨੇ ਉਹ ਤਾਇਨਾਤ ਨੇ, ਅਸੀਂ ਦੇਖਦੇ ਆ ਰਹੇ ਹਾਂ। ਹਾਲਾਂਕਿ ਇਸ ਮੁੱਦੇ ਦੇ ਉੱਤੇ ਜੋ ਆ ਕੱਲ੍ਹ ਇੱਕ ਬਿਆਨ ਆਉਂਦਾ ਆ ਕਿ ਜਿਸ ਤਰੀਕੇ ਰਾਜਪਾਲ ਦੀ ਨਿਯੁਕਤੀ ਕੀਤੀ ਜਾਂਦੀ ਹੈ, ਇਸ ਦੇ ਉੱਤੇ ਜਿਹੜਾ ਸਵਾਲ ਭਗਵੰਤ ਮਾਨ ਹੋਰਾਂ ਨੇ ਖੜਾ ਕੀਤਾ ਆ। ਇਸ ਤੋਂ ਇਲਾਵਾ ਜੋ ਸਵਾਲ ਖੜਾ ਕੀਤਾ ਆ ਉਹ ਜੋ ਆਪ ਦੇ ਸੰਸਦ ਮੈਂਬਰ ਨੇ ਉਹਨਾਂ ਵੱਲੋਂ ਵੀ ਸਵਾਲ ਖੜੇ ਕੀਤੇ ਗਏ ਨੇ।
ਔਰ ਪੁੱਛਿਆ ਗਿਆ ਹੈ ਕਿ ਅੰਗਰੇਜ਼ ਚਲੇ ਗਏ ਨੇ ਤੇ ਜਿਹੜੇ ਆਪਣੇ ਵਾਇਸਰਾਏ ਨੇ ਉਹ ਇੱਥੇ ਛੱਡ ਗਏ ਨੇ, ਇਹ ਗੱਲ ਕੀਤੀ ਜਾ ਰਹੀ ਆ। ਤਾਂ ਹੁਣ ਗੱਲ ਕਰਦੇ ਹਾਂ ਕਿ ਪੰਜਾਬ ਦੇ ਆਉਣ ਵਾਲੇ ਬਜਟ ਸੈਸ਼ਨ ਵਿੱਚ ਰਾਜਪਾਲ ਦੇ ਭਾਸ਼ਣ ਨੂੰ ਲੈ ਕੇ ਪੇਚ ਫਸਣ ਦੇ ਵੀ ਹੁਣ ਅਗਾਂਹ ਖਦਸ਼ੇ ਪੈਦਾ ਹੋ ਰਹੇ ਨੇ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਲੇ ਟਕਰਾਅ ਦੀ ਗੱਲ ਕਰੀਏ ਤੇ ਉਹ ਲਗਾਤਾਰ ਵੱਧ ਰਿਹਾ ਹੈ। ਮਾਰਚ ਵਿੱਚ ਸੂਬੇ ਦਾ ਬਜਟ ਸੈਸ਼ਨ ਹੋਣ ਦੀ ਸੰਭਾਵਨਾ ਆ। ਰਾਜਪਾਲ ਦਾ ਭਾਸ਼ਣ ਜਿਹੜਾ ਆ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਦਾ ਚਿੱਠਾ ਹੁੰਦਾ ਆ। ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਰਾਜਪਾਲ ਅਤੇ ਮੁੱਖ ਮੰਤਰੀ ਦਰਮਿਆਨ ਜਿਹੜਾ ਆ ਉਹ ਟਕਰਾਅ ਵੱਧ ਰਿਹਾ ਆ, ਉੱਥੇ ਹੀ ਇਹ ਮੁੱਦਾ ਸੂਬਾ ਸਰਕਾਰ ਦੀਆਂ ਉਪਲਬਧੀਆਂ ਵਿੱਚ ਵੀ ਸ਼ਾਮਲ ਹੈ। ਬਜਟ ਸੈਸ਼ਨ 'ਚ ਰਾਜਪਾਲ ਦਾ ਜਿਹੜਾ ਭਾਸ਼ਣ ਹੋਵੇਗਾ ਜਾਂ ਨਹੀਂ, ਇਸ ਗੱਲ ਦੇ ਜਿਹੜੇ ਖਦਸ਼ੇ ਆ ਉਹ ਬਣ ਰਹੇ ਆ। ਜਦੋਂ ਕਿ ਇਸ ਮਾਮਲੇ ਤੇ ਰਾਜ ਭਵਨ ਵੱਲੋਂ ਕਾਨੂੰਨੀ ਰਾਏ ਵੀ ਨਹੀਂ ਲਈ ਜਾ ਰਹੀ। 13 ਫਰਵਰੀ ਨੂੰ ਰਾਜਪਾਲ ਵੱਲੋਂ ਮੀਡੀਆ ਨੂੰ ਜਾਰੀ ਕੀਤੀ ਚਿੱਠੀ ਤੋਂ ਬਾਅਦ ਰਾਜਪਾਲ ਅਤੇ ਮੁੱਖ ਮੰਤਰੀ ਦਰਮਿਆਨ ਜਿਹੜਾ ਟਕਰਾਅ ਆ ਉਹ ਵੱਧ ਗਿਆ ਸੀ। ਪੰਜਾਬ ਦੇ ਸਰਕਾਰੀ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਭੇਜਣ ਦੇ ਮੁੱਦੇ ਉੱਤੇ ਰਾਜਪਾਲ ਨੇ ਮੁੱਖ ਮੰਤਰੀ ਕੋਲੋਂ ਕਈ ਜਵਾਬ ਮੰਗੇ ਸਨ। ਇਸ ਮਾਮਲੇ ਦੇ ਨਾਲ IPS ਅਧਿਕਾਰੀ ਕੁਲਦੀਪ ਚਾਹਲ, ਸੁਰੱਖਿਆ ਦੀ ਇੱਕ ਬੈਠਕ 'ਚ ਨਵਲ ਅਗਰਵਾਲ ਦੀ ਹਾਜ਼ਰੀ, SC ਸਕਾਲਰਸ਼ਿਪ, ਗੁਜਰਾਤ ਚੋਣਾਂ ਦੌਰਾਨ ਪ੍ਰਕਾਸ਼ਿਤ ਜਿਹੜੇ ਵਿਗਿਆਪਨ ਯਾਨੀ ਮਸ਼ਹੂਰੀਆਂ ਆ ਜਿਹੜੀਆਂ ਐਡਾਂ ਦਿੰਦੇ ਆ ਅਖਬਾਰਾਂ ਦੇ ਵਿੱਚ ਉਹਦੇ ਬਾਰੇ, ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਕਈ ਸਵਾਲ ਸਨ, ਜਿਨ੍ਹਾਂ ਉੱਤੇ ਰਾਜਪਾਲ ਦਾ ਦੋਸ਼ ਸੀ ਕਿ ਮੁੱਖ ਮੰਤਰੀ ਉਹਨਾਂ ਦੀਆਂ ਚਿੱਠੀਆਂ ਦੇ ਜਵਾਬ ਨਹੀਂ ਦੇ ਰਹੇ, ਇਸ ਲਈ ਉਹਨਾਂ ਨੂੰ ਮੀਡੀਆ ਦਾ ਸਹਿਯੋਗ ਲੈਣਾ ਪੈ ਰਿਹਾ। ਇੱਧਰ ਸੂਬੇ ਦਾ ਬਜਟ ਸੈਸ਼ਨ ਵੀ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਜਿਹੜਾ ਆ ਉਹ ਸ਼ੁਰੂ ਹੋਏਗਾ। ਵਿਧਾਨ ਸਭਾ ਜੋ ਆ ਸੈਸ਼ਨ ਦੀ ਸ਼ੁਰੂਆਤ ਰਾਜਪਾਲ ਦੇ ਭਾਸ਼ਣ ਨਾਲ ਹੀ ਕਰਦੀ ਹੈ। ਰਾਜਪਾਲ ਦਾ ਭਾਸ਼ਣ ਸਰਕਾਰ ਵੱਲੋਂ ਲਿਖਤੀ ਹੁੰਦਾ ਆ। ਸੂਤਰਾਂ ਮੁਤਾਬਕ ਰਾਜਪਾਲ ਦੇ ਭਾਸ਼ਣ 'ਚ ਸਰਕਾਰ ਦੀਆਂ ਉਹ ਪ੍ਰਾਪਤੀਆਂ ਸ਼ਾਮਲ ਨੇ ਜਿਸ ਉੱਤੇ ਰਾਜਪਾਲ ਨੇ ਮੁੱਖ ਮੰਤਰੀ ਕੋਲੋਂ ਜਵਾਬ ਮੰਗਿਆ। ਅਜਿਹੇ 'ਚ ਰਾਜਪਾਲ ਉਸ ਭਾਸ਼ਣ ਨੂੰ ਕਿਵੇਂ ਪੜ੍ਹ ਸਕਣਗੇ, ਇਸ ਨੂੰ ਲੈ ਕੇ ਸ਼ੱਕ ਹੈ। ਕੁਝ ਮਹੀਨੇ ਪਹਿਲਾਂ ਦੀ ਚਰਚਾ ਕਰ ਲੈਂਦੇ, ਵਿਵਾਦ ਇੱਥੇ ਨਹੀਂਗਾ। ਤਾਮਿਲਨਾਡੂ ਵਿੱਚ ਵੀ ਰਾਜਪਾਲ NR ਰਵੀ ਤੇ ਮੁੱਖ ਮੰਤਰੀ ਸਟਾਲਨ ਦੇ ਦਰਮਿਆਨ ਜਿਹੜਾ ਆ ਟਕਰਾਅ ਵਧਿਆ ਸੀ ਅਤੇ ਤਾਮਿਲਨਾਡੂ ਦੇ ਰਾਜਪਾਲ ਨੇ ਇਸ ਭਾਸ਼ਣ ਵਿੱਚ ਕੁਝ ਪਹਿਰੇ ਆਪਣੀ ਮਰਜ਼ੀ ਨਾਲ ਜੋੜ ਦਿੱਤੇ ਸਨ। ਇਸ ਨੂੰ ਲੈ ਕੇ ਵਿਵਾਦ ਹੋ ਗਿਆ ਸੀ, ਮਾਮਲਾ ਹੱਥੋਂ ਪਾਈ ਤੱਕ ਆ ਗਿਆ ਸੀ। ਤਾਮਿਲਨਾਡੂ ਵਿੱਚ ਤਾਂ ਰਾਜਪਾਲ ਆਪਣੇ ਭਾਸ਼ਣ ਤੋਂ ਬਾਅਦ ਵਿਰੋਧ ਵਜੋਂ ਰਾਜ ਭਵਨ ਛੱਡ ਕੇ ਚਲੇ ਗਏ ਸਨ। ਰਾਜਪਾਲ ਅਤੇ ਮੁੱਖ ਮੰਤਰੀ ਦਰਮਿਆਨ ਵਿਵਾਦ ਤਾਂ ਕੇਰਲ ਵਿੱਚ ਵੀ ਹੋਇਆ, ਪੱਛਮੀ ਬੰਗਾਲ ਵਿੱਚ ਵੀ ਹੋਇਆ, ਦਿੱਲੀ ਵਿੱਚ ਵੀ ਹੋਇਆ ਤੇ ਮਹਾਰਾਸ਼ਟਰ ਦੇ ਵਿੱਚ ਵੀ ਚੱਲਿਆ ਤੇ ਹੁਣ ਪੰਜਾਬ 'ਚ ਵੀ ਰਾਜਪਾਲ ਅਤੇ ਮੁੱਖ ਮੰਤਰੀ ਦਰਮਿਆਨ ਇਹ ਵਿਵਾਦ ਜੋ ਆ ਉਹ ਵੱਧਦਾ ਜਾ ਰਿਹਾ। ਅਜਿਹਾ ਹੀ ਵਿਵਾਦ ਤੇਲੰਗਾਨਾ 'ਚ ਸੀ, ਉੱਥੇ ਤਾਂ ਸੈਸ਼ਨ ਦਾ ਉਠਾਣ ਹੀ ਨਹੀਂ ਕੀਤਾ ਗਿਆ ਅਤੇ ਬਜਟ ਸੈਸ਼ਨ 'ਚ ਇਸ ਤਰ੍ਹਾਂ ਰਾਜਪਾਲ ਦਾ ਜਿਹੜਾ ਭਾਸ਼ਣ ਸੀਗਾ ਉਹ ਛੱਡ ਦਿੱਤਾ ਗਿਆ। ਪਰ ਪੰਜਾਬ 'ਚ ਵੀ ਲੰਘੀ 3 ਫਰਵਰੀ ਨੂੰ ਰਾਜਪਾਲ ਨੇ ਅਕਤੂਬਰ 2022 ਦੇ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ। ਅਰਥਾਤ ਆਉਣ ਵਾਲੇ ਬਜਟ ਸੈਸ਼ਨ 'ਚ ਰਾਜਪਾਲ ਦਾ ਭਾਸ਼ਣ ਹੋਵੇਗਾ, ਪਰ ਕੀ ਰਾਜਪਾਲ ਭਾਸ਼ਣ ਦੇਣਗੇ ਜਾਂ ਉਹੀ ਭਾਸ਼ਣ ਦੇਣਗੇ ਜੋ ਸਰਕਾਰ ਦਾ ਲਿਖਿਆ ਹੋਵੇਗਾ? ਇਸ ਨੂੰ ਲੈ ਕੇ ਪੰਜਾਬ ਰਾਜ ਭਵਨ ਵੱਲੋਂ ਵੀ ਕਾਨੂੰਨੀ ਰਾਏ ਜਿਹੜੀ ਆ ਉਹ ਲਈ ਜਾ ਰਹੀ ਆ। ਰਾਜਪਾਲ ਨੇ 2021 ਦੇ ਸਤੰਬਰ ਮਹੀਨੇ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਸੀ ਉਦੋਂ ਆਪਣਾ ਅਹੁਦਾ ਸੰਭਾਲਿਆ ਸੀਗਾ। ਉਸ ਸਮੇਂ ਸੂਬੇ ਵਿੱਚ ਕਾਂਗਰਸ ਪਾਰਟੀ ਜਿਹੜੀ ਆ ਉਹ ਚੱਲ ਰਹੀ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਹਾਲੇ 10 ਕੁ ਮਹੀਨੇ ਹੋਏ ਆ, ਪਰ ਸ਼ੁਰੂ ਤੋਂ ਹੀ ਇਸ ਦਾ ਜਿਸ ਤਰੀਕੇ ਰਾਜਪਾਲ ਦੇ ਨਾਲ ਵਿਵਾਦ ਛਿੜਿਆ ਹੋਇਆ ਆ ਉਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਮੰਦਭਾਗਾ ਆ। ਰਾਜਪਾਲ ਦਾ ਅਹੁਦਾ ਅਗਰ ਗੱਲ ਕੀਤੀ ਜਾਵੇ ਤਾਂ ਉਹ ਸੰਵਿਧਾਨਕ ਹੁੰਦਾ ਹੈ, ਉਸ ਦੀਆਂ ਕਾਰਜਕਾਰੀ ਸ਼ਕਤੀਆਂ ਸੀਮਿਤ ਹੁੰਦੀਆਂ ਨੇ, ਪਰ ਇਸ ਦੇ ਨਾਲ ਨਾਲ ਭਾਰਤੀ ਸੰਵਿਧਾਨ ਅਨੁਸਾਰ ਚੁਣੀ ਹੋਈ ਤਤਕਾਲੀ ਸਰਕਾਰ ਤੋਂ ਇਹ ਤਵੱਕੋ ਜ਼ਰੂਰ ਕੀਤੀ ਜਾਂਦੀ ਹੈ ਕਿ ਉਹ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਅਹਿਮ ਕਾਰਵਾਈਆਂ ਲਈ ਰਾਜਪਾਲ ਨੂੰ ਜਾਣੂ ਕਰਵਾਉਂਦੀ ਰਹੇ। ਇਸ ਸੰਬੰਧ ਵਿੱਚ ਰਾਜਪਾਲ ਵੀ ਸਰਕਾਰ ਤੋਂ ਜਾਣਕਾਰੀ ਲੈ ਸਕਦਾ ਆ। ਇਸ ਕਰਕੇ ਮੁੱਖ ਮੰਤਰੀ ਜੋ ਕਿ ਸੂਬੇ ਦਾ ਕਾਰਜਕਾਰੀ ਮੁਖੀ ਹੁੰਦਾ ਹੈ ਵੱਲੋਂ ਰਾਜਪਾਲ ਨਾਲ ਸਾਰੀਆਂ ਸਰਕਾਰੀ ਸਰਗਰਮੀਆਂ ਸੰਬੰਧੀ ਸੰਪਰਕ ਬਣਾਈ ਰੱਖਣ ਦੀ ਲੋੜ ਹੁੰਦੀ ਹੈ। ਜੇਕਰ ਰਾਜਪਾਲ ਚਿੱਠੀ ਪੱਤਰ ਰਾਹੀਂ ਸਰਕਾਰ ਕੋਲੋਂ ਕੋਈ ਜਾਣਕਾਰੀ ਮੰਗਦਾ ਆ ਤਾਂ ਸਰਕਾਰ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਅਜਿਹੀ ਜਾਣਕਾਰੀ ਉਸ ਨੂੰ ਦੇਵੇ। ਇਸੇ ਸਮੇਂ ਵਿਰੋਧੀ ਪਾਰਟੀਆਂ ਵੀ ਆਪਣੀਆਂ ਸ਼ਿਕਾਇਤਾਂ ਨੂੰ ਪੱਤਰਾਂ ਰਾਹੀਂ ਜਾਂ ਮਿਲ ਕੇ ਰਾਜਪਾਲ ਨੂੰ ਜਾਣੂ ਕਰਵਾਉਂਦੀਆਂ ਰਹਿੰਦੀਆਂ ਨੇ। ਪਿਛਲੇ ਸਮੇਂ ਵਿੱਚ ਲਗਭਗ ਸਾਰੀਆਂ ਹੀ ਵਿਰੋਧੀ ਪਾਰਟੀਆਂ ਦੇ ਆਗੂ
ਕਿਸੇ ਨਾ ਕਿਸੇ ਰੂਪ ਵਿੱਚ ਰਾਜਪਾਲ ਨੂੰ ਮਿਲ ਕੇ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਦੱਸਦੇ ਰਹੇ ਨੇ। ਪਹਿਲੀਆਂ ਸਰਕਾਰਾਂ ਵੀ ਅਤੇ ਹੁਣ ਵੀ ਸਰਕਾਰ ਜਿਹੜੀ ਹੈ ਸੂਬੇ ਵਿੱਚ ਨਸ਼ਿਆਂ ਦੇ ਫੈਲਦੇ ਰੁਝਾਨ ਨੂੰ ਕਾਬੂ ਕਰਨ ਦੇ ਵਾਅਦੇ ਨਾਲ ਬਣੀਆਂ ਨੇ। ਇਹ ਫੈਲ ਚੁੱਕਿਆ ਇੱਕ ਅਜਿਹਾ ਨਾ ਪੱਖੀ ਅਮਲ ਹੈ ਜੋ ਕਿਸੇ ਵੀ ਤਰ੍ਹਾਂ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਦੀ ਬਜਾਏ ਇਹ ਹੋਰ ਫੈਲਦਾ ਹੀ ਨਜ਼ਰ ਆਉਂਦਾ ਹੈ ਤੇ ਸੂਬਿਆਂ ਵਿੱਚ ਨਸ਼ਿਆਂ ਸੰਬੰਧੀ ਹਰ ਪੱਧਰ ਤੇ ਅਜਿਹਾ ਜਾਲ ਬੁਣਿਆ ਜਾ ਚੁੱਕਾ ਹੈ ਜਿਸ ਨੂੰ ਪਾਰ ਕਰਨਾ ਬੇਹੱਦ ਮੁਸ਼ਕਲ ਹੈ। ਇਸ ਸੰਬੰਧੀ ਰਾਜਪਾਲ ਨੇ ਕਈ ਵਾਰ ਆਪ ਵੀ ਸਰਹੱਦੀ ਖੇਤਰ ਦੇ ਦੌਰੇ ਕੀਤੇ ਨੇ ਤੇ ਵੱਖ-ਵੱਖ ਵਰਗਾਂ ਤੇ ਸੰਗਠਨਾਂ ਦੇ ਨਾਲ ਸੰਪਰਕ ਕੀਤਾ ਹੈ। ਨਸ਼ਿਆਂ ਦੇ ਫੈਲਣ ਸੰਬੰਧੀ ਵੀ ਉਹਨਾਂ ਨੇ ਹਰ ਪੱਖੋਂ ਕਾਫੀ ਜਾਣਕਾਰੀ ਲੈਣ ਦਾ ਯਤਨ ਕੀਤਾ ਆ। ਇਸ ਦੇ ਨਾਲ ਸੂਬੇ ਦੇ ਜਿਹੜੇ ਵੱਡੇ ਅਧਿਕਾਰੀ ਵੀ ਉਹਨਾਂ ਦੇ ਨਾਲ ਗਏ ਆ। ਚਾਹੀਦਾ ਤਾਂ ਇਹ ਸੀ ਕਿ ਇਸ ਬਾਰੇ ਮੁੱਖ ਮੰਤਰੀ ਰਾਜਪਾਲ ਨਾਲ ਅਗਲੀ ਕਾਰਵਾਈ ਲਈ ਉਹਨਾਂ ਵੱਲੋਂ ਇਕੱਠੀ ਜਾਣਕਾਰੀ ਲੈਂਦੇ, ਪਰ ਅਜਿਹਾ ਨਹੀਂ ਹੋਇਆ। ਹੁਣ ਰਾਜਪਾਲ ਨੇ ਮੁੱਖ ਮੰਤਰੀ ਨੂੰ ਜੋ ਪੱਤਰ ਲਿਖਿਆ ਹੈ ਉਸ ਵਿੱਚ ਉਹਨਾਂ ਵੱਲੋਂ ਇਹ ਗੱਲ ਕਹੀ ਹੈ ਕਿ ਪਿਛਲੇ ਜਿਹੜੇ ਪੱਤਰ ਸੀ ਉਹਨਾਂ ਦਾ ਜ਼ਿਕਰ ਕੀਤਾ ਆ, ਜਿਨ੍ਹਾਂ ਦਾ ਜਵਾਬ ਮਾਨ ਨੇ ਦੇਣਾ ਉਚਿਤ ਨਹੀਂ ਸੀ ਸਮਝਿਆ। ਪਰ ਹੁਣ ਰਾਜਪਾਲ ਦੇ ਇਸ ਆਖਰੀ ਪੱਤਰ ਦੇ ਜਵਾਬ ਵਿੱਚ ਸੀਐਮ ਨੇ ਜਲਦੀ ਆਪਣੀ ਜਿਹੜੀ ਤਤਪਰਤਾ ਆ ਉਹ ਦਿਖਾਉਂਦੇ ਹੋਏ ਰਾਜਪਾਲ ਨੂੰ ਲਿਖਿਆ ਕਿ ਉਹਨਾਂ ਦੀ ਇਹ ਚਿੱਠੀ ਮੀਡੀਆ ਰਾਹੀਂ ਮਿਲੀ ਹੈ। ਜਿੰਨੇ ਵੀ ਚਿੱਠੀ ਵਿੱਚ ਲਿਖੇ ਨੇ ਉਹ ਸਾਰੇ ਸਟੇਟ ਦੇ ਵਿਸ਼ੇ ਨੇ। ਮੈਂ ਤੇ ਮੇਰੀ ਸਰਕਾਰ ਸੰਵਿਧਾਨ ਅਨੁਸਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹਾਂ, ਨਾ ਕਿ ਕੇਂਦਰ ਸਰਕਾਰ ਦੁਆਰਾ ਨਿਯੁਕਤ ਕੀਤੇ ਕਿਸੇ ਰਾਜਪਾਲ ਨੂੰ। ਇਹ ਭਗਵੰਤ ਮਾਨ ਹੋਰਾਂ ਨੇ ਜਵਾਬ ਦਿੱਤਾ ਆ। ਇਸ ਨੂੰ ਮੇਰਾ ਜਵਾਬ ਸਮਝੋ। ਇਸ ਸੰਬੰਧੀ ਅਸੀਂ ਇਹ ਕਹਿਣਾ ਜ਼ਰੂਰੀ ਸਮਝਦੇ ਹਾਂ ਕਿ ਜੇਕਰ ਲੋਕ ਕਿਸੇ ਸਰਕਾਰ ਨੂੰ ਇੱਕ ਨਿਸ਼ਚਿਤ ਸਮੇਂ ਦੇ ਲਈ ਚੁਣਦੇ ਆ ਤਾਂ ਉਸ ਸਮੇਂ ਵਿੱਚ ਸੰਵਿਧਾਨ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਸਰਕਾਰ ਚਲਾਉਣ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਅਤੇ ਉਹਨਾਂ ਦੇ ਸਾਥੀਆਂ ਦੀ ਹੁੰਦੀ ਹੈ। ਇੱਥੇ ਬਸ ਨਹੀਂ, ਇਸ ਤੋਂ ਅਗਲੇ ਦਿਨ ਮੁੱਖ ਮੰਤਰੀ ਨੇ ਰਾਜਪਾਲ ਨੂੰ ਦੁਬਾਰਾ ਚਿੱਠੀ ਲਿਖੀ ਜਿਸ ਵਿੱਚ ਉਹਨਾਂ ਫਿਰ ਦੁਹਰਾਇਆ ਕਿ ਉਹ ਰਾਜਪਾਲ ਨੂੰ ਜਵਾਬ ਦੇ ਨਹੀਂ ਆ ਅਤੇ ਭਾਰਤੀ ਸੰਵਿਧਾਨ ਅਨੁਸਾਰ ਮੈਂ ਅਤੇ ਮੇਰੀ ਸਰਕਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹਾਂ। ਇਸੇ ਚਿੱਠੀ ਦੇ ਦੂਸਰੇ ਪੈਰੇ ਵਿੱਚ ਉਹਨਾਂ ਲਿਖਿਆ ਕਿ ਆਪਨੇ ਮੈਨੂੰ ਪੁੱਛਿਆ ਹੈ ਕਿ ਸਿੰਗਾਪੁਰ ਵਿਖੇ ਟ੍ਰੇਨਿੰਗ ਲਈ ਪ੍ਰਿੰਸੀਪਲਾਂ ਦੀ ਚੋਣ ਕਿਸ ਆਧਾਰ ਤੇ ਕੀਤੀ ਗਈ ਆ ਤੇ ਪੰਜਾਬ ਦੇ ਵਾਸੀ ਇਹ ਪੁੱਛਣਾ ਚਾਹੁੰਦੇ ਨੇ ਕਿ ਭਾਰਤੀ ਸੰਵਿਧਾਨ ਵਿੱਚ ਕਿਸੇ ਸਪਸ਼ਟ ਯੋਗਤਾ ਦੀ ਅਣਹੋਂਦ ਵਿੱਚ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਰਾਜਾਂ ਵਿੱਚ ਰਾਜਪਾਲ ਕਿਸ ਆਧਾਰ ਤੇ ਚੁਣੇ ਜਾਂਦੇ ਆ। ਅੱਗੋਂ ਇੱਕ ਹੋਰ ਸਵਾਲ ਖੜਾ ਕੀਤਾ ਗਿਆ, ਕਿਰਪਾ ਕਰਕੇ ਦੱਸ ਕਿ ਪੰਜਾਬੀਆਂ ਦੀ ਜਾਣਕਾਰੀ ਵਿੱਚ ਵਾਧਾ ਕੀਤਾ ਜਾਵੇ। ਤੇ ਜਿੱਥੋਂ ਤੱਕ ਭਾਰਤੀ ਸੰਵਿਧਾਨ ਦਾ ਸੰਬੰਧ ਹੈ ਉਸ ਵਿੱਚ ਸਪਸ਼ਟ ਲਿਖਿਆ ਆ ਕਿ ਮੰਤਰੀਆਂ ਦੇ ਸਮੂਹ ਰਾਹੀਂ ਲਏ ਗਏ ਰਾਜ ਦੇ ਸਾਰੇ ਫੈਸਲਿਆਂ ਸੰਬੰਧੀ ਰਾਜਪਾਲ ਨੂੰ ਜਾਣੂ ਕਰਵਾਇਆ ਜਾਣਾ ਜ਼ਰੂਰੀ ਹੈ। ਇਸ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਰਾਜਪਾਲ ਅਤੇ ਮੁੱਖ ਮੰਤਰੀ ਦਾ ਆਪਸ ਵਿੱਚ ਸੂਚਨਾਵਾਂ ਸੰਬੰਧੀ ਮੇਲ ਮਿਲਾਪ ਹੋਣਾ ਜ਼ਰੂਰੀ ਹੈ, ਚਾਹੇ ਇਸ ਫੈਸਲੇ ਲੈਣ ਦਾ ਅਧਿਕਾਰ ਲੋਕਤੰਤਰੀ ਢੰਗ ਨਾਲ ਚੁਣੀ ਸਰਕਾਰ ਦਾ ਹੁੰਦਾ ਆ। ਜੇਕਰ ਅਮਲੀ ਰੂਪ ਵਿੱਚ ਇਹ ਨਹੀਂ ਕੀਤਾ ਜਾਂਦਾ ਤਾਂ ਅਜਿਹਾ ਨਾ ਕਰਨਾ ਕਿਸੇ ਵੀ ਸਰਕਾਰ ਦੀ ਪ੍ਰੌੜ ਨੀਤੀ ਨਹੀਂ ਹੋ ਸਕਦੀ। ਅੱਜ ਸੂਬਾ ਸਰਕਾਰ ਵਿੱਚ ਅਜਿਹੀ ਪ੍ਰੌੜਤਾ ਦੀ ਜਿਹੜੀ ਘਾਟ ਆ ਉਹ ਵੀ ਇੱਕ ਗੱਲ ਨੂੰ ਨਜ਼ਰ ਆ ਰਹੀ ਹੈ। ਜੇਕਰ ਸੂਬਾ ਸਰਕਾਰ ਵੱਲੋਂ ਅਜਿਹੀ ਅਣਗਹਿਲੀ ਭਰੀ ਪਹੁੰਚ ਅਪਣਾਈ ਜਾਂਦੀ ਰਹੀ ਤਾਂ ਇਹ ਸੂਬੇ ਲਈ ਵੱਡੀ ਨੁਕਸਾਨਦਾਇ ਸਾਬਤ ਹੋ ਸਕਦੀ ਹੈ। ਇਸ ਨਾਲ ਸੂਬੇ ਦੇ ਵਿਕਾਸ ਵਿੱਚ ਵੱਡੀਆਂ ਰੁਕਾਵਟਾਂ ਜਿਹੜੀਆਂ ਨੇ ਉਹ ਵੀ ਖੜੀਆਂ ਹੋ ਸਕਦੀਆਂ ਨੇ। ਇਸ ਲਈ ਅੱਜ ਦੀ ਸਰਕਾਰ ਨੂੰ ਆਉਂਦੇ ਸਮੇਂ ਵਿੱਚ ਸਾਰੇ ਪੱਖਾਂ ਨੂੰ ਜਿਹੜਾ ਧਿਆਨ ਵਿੱਚ ਰੱਖਦਿਆਂ ਹੋਇਆਂ ਵਧੇਰੇ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ। ਆਖਰ ਮੁੱਕਣਾ ਚਾਹੀਦਾ ਇਹ ਵਿਵਾਦ। ਇਹ ਉਹ ਵੀ ਪੰਜਾਬ ਵਿੱਚ ਆ ਤੇ ਭਗਵੰਤ ਮਾਨ ਜੀ ਵੀ ਜਿਹੜੇ ਆ ਉਹ ਚੁਣ ਕੇ ਆਏ ਆ। ਮਿਲ ਬੈਠ ਕੇ ਜਿਹੜਾ ਆ ਉਹ ਹੱਲ ਕੱਢਣਾ ਚਾਹੀਦਾ ਆ। ਹਾਲਾਂਕਿ ਪਹਿਲਾ ਜਿਹੜਾ ਵਿਵਾਦ ਹੋਇਆ ਸੀ ਉਸ ਤੋਂ ਬਾਅਦ ਇੱਕ ਵਾਰੀ ਭਗਵੰਤ ਮਾਨ ਹੋਰਾਂ ਨੇ ਕਹਿਤਾ ਸੀਗਾ ਕਿ ਗਵਰਨਰ ਉਹਨਾਂ ਨੂੰ ਮੈਂ ਮਿਲਿਆ, ਉਹਨਾਂ ਨਾਲ ਕੋਈ ਵਿਵਾਦ ਵਾਲੀ ਗੱਲ ਨਹੀਂ ਗੀ, ਬਹੁਤ ਵਧੀਆ ਸੰਬੰਧ ਸੀਗੇ। ਪਰ ਹੁਣ ਜੋ ਆ ਉਹ ਖਟਾਸ ਵੱਧਦੀ ਜਾਂਦੀ ਹੈ। ਖਟਾਸ ਮੁੱਕਣੀ ਚਾਹੀਦੀ ਆ। ਉਹ ਇਹੀ ਪੰਜਾਬ ਦੇ ਹਿੱਤ ਲਈ ਹੈ, ਇਹੀ ਪੰਜਾਬ ਦੇ ਹੱਕ ਲਈ ਆ, ਪੰਜਾਬ ਦੇ ਫਾਇਦੇ ਲਈ ਹੈ। ਸੋ ਦੋਸਤੋ, ਇਹ ਸੀ 2 ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ। ਕਿੱਦਾਂ ਲੱਗਦੇ ਨੇ ਸਾਡੇ ਪ੍ਰੋਗਰਾਮ, ਇਸ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ। ਇੱਥੇ ਹੀ ਸਮਾਪਤੀ ਕਰਦੇ ਹਾਂ। ਧੰਨਵਾਦ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਆਰ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਆਰ ਨੂੰ ਭੇਜ ਦਿੰਦੇ ਹਾਂ।
ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ ਲੈਂਦੇ। ਇਹ ਸ਼ਾਪ ਜਿਹੜੀ ਆ ਇਹ MPA ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ MPA ਨੂੰ। ਇੱਥੇ ਹੀ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨ ਆ, ਟਰੱਕ, SUV, ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। MPA ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ MPA ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋਬੋਡੀ ਵਾਲਿਆਂ ਕੋਲ ਆਇਆ ਤੇ MPA ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋਬੋਡੀ 64 ਸੈਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।